ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ। ਆਪਾਂ ਅੱਜ ਇਸ ਲੈਕਚਰ ਵਿੱਚ ਕੁਝ ਮੈਥ ਨਾਲ ਸੰਬੰਧਿਤ ਸਵਾਲ ਹੱਲ ਕਰਾਂਗੇ ਜੋ ਤੁਹਾਡੇ ਲਈ ਐਨਟੀਐਸਸੀ ਲਈ, ਪੈਸ ਲਈ ਜਾਂ ਬੋਰਡ ਦੀ ਪ੍ਰੀਖਿਆ ਲਈ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹਨ। ਤਾਂ ਅੱਜ ਆਪਾਂ ਕੁਝ ਸੌਖੇ ਸਵਾਲ ਹੱਲ ਕਰਾਂਗੇ ਤੇ ਇਸ ਤੋਂ ਬਾਅਦ ਆਪਾਂ ਕੁਝ ਔਖੇ ਸਵਾਲ ਹੱਲ ਕਰਾਂਗੇ ਤਾਂ ਜੋ ਤੁਹਾਨੂੰ ਮੈਥ ਦੇ ਕੁਝ ਫਾਰਮੂਲੇ ਤੇ ਉਹਨਾਂ ਦੀ ਬੇਸਿਕ ਜਾਣਕਾਰੀ ਪਤਾ ਲੱਗ ਸਕੇ। ਤਾਂ ਬੱਚੇ ਹੌਲੀ ਹੌਲੀ ਆਪਾਂ ਸੌਖੇ ਸਵਾਲਾਂ ਤੋਂ ਔਖੇ ਸਵਾਲਾਂ ਵੱਲ ਜਾਵਾਂਗੇ। ਤਾਂ ਬੱਚੇ ਹੁਣ ਪਹਿਲਾ ਸਵਾਲ ਕਰਦੇ ਹਾਂ। ਸਾਡੇ ਕੋਲ ਹੈ ਵਰਗਮੂਲ 5 ਇੱਕ ਆਪਰਮੇय ਸੰਖਿਆ ਹੈ, ਸਹੀ ਜਾਂ ਗਲਤ। ਤਾਂ ਅਸੀਂ ਦੱਸਣਾ ਹੈ ਵੀ ਇਹ ਆਪਰਮੇय ਸੰਖਿਆ ਹੈ ਜਾਂ ਪ੍ਰਮੇय ਸੰਖਿਆ ਹੈ। ਤਾਂ ਬੱਚੇ ਤੁਹਾਨੂੰ ਪਤਾ ਹੈ ਵੀ ਵਰਗਮੂਲ 5 ਇੱਕ ਕੀ ਹੈ, ਇੱਕ ਸਾਡੇ ਕੋਲ ਇਹ ਆਪਰਮੇय ਸੰਖਿਆ ਹੈ। ਤਾਂ ਇਸ ਦਾ ਮਤਲਬ ਇਹ ਕੀ ਹੈ, ਇਸ ਦਾ ਆਨਸਰ ਕੀ ਹੈ, ਸਹੀ ਹੈ। ਸਾਡੇ ਕੋਲ ਦੂਸਰਾ ਪ੍ਰਸ਼ਨ ਹੈ, ਜੇਕਰ ਅਲਫਾ ਬੀਟਾ ਬਹੁਪਦ ਦੇ ਸਿਫਰ ਹੋਣ ਤਾਂ ਅਲਫਾ ਪਲੱਸ ਬੀਟਾ। ਦੇਖੋ ਬੱਚੋ ਸਾਨੂੰ ਕੀ ਦਿੱਤਾ ਹੈ ਇੱਥੇ, ਅਲਫਾ ਤੇ ਬੀਟਾ ਬਹੁਪਦ ਦੇ ਸਿਫਰ ਹੈ। ਤਾਂ ਇਹ ਸਾਡੇ ਕੋਲ ਬੱਚੋ ਕੀ ਹੋ ਗਿਆ, ਅਲਫਾ ਪਲੱਸ ਬੀਟਾ ਯਾਨੀ ਕਿ ਸਿਫਰਾਂ ਦਾ ਜੋੜ, ਸਮ ਆਫ ਜ਼ੀਰੋ, ਜੋ ਸਿਫਰਾਂ ਦਾ ਜੋੜ। ਤਾਂ ਬੱਚੋ ਸਾਨੂੰ ਪਤਾ ਹੈ ਵੀ ਸਿਫਰਾਂ ਦਾ ਜੋੜ ਕੀ ਹੁੰਦਾ ਹੈ, ਮਾਈਨਸ b ਬਟਾ a। ਤਾਂ ਬੱਚੋ a ਵੀ ਕੀ ਹੁੰਦਾ ਹੈ, ਜੋ ਸਾਡੇ ਕੋਲ ਇਹਦਾ ਕੋਐਫੀਸ਼ੀਐਂਟ ਹੁੰਦਾ ਹੈ ਉਹ a ਹੁੰਦਾ ਹੈ, ਜੋ x ਦਾ ਕੋਐਫੀਸ਼ੀਐਂਟ ਹੁੰਦਾ ਹੈ ਗੁਣਾਂਕ ਹੁੰਦਾ ਹੈ ਉਹ b ਹੁੰਦਾ ਹੈ, ਜੋ ਕਾਂਸਟੈਂਟ ਹੁੰਦਾ ਹੈ ਇਹ ਸਾਡੇ ਕੋਲ c ਹੁੰਦਾ ਹੈ। ਤਾਂ ਇਸ ਤਰ੍ਹਾਂ ਸਾਡੇ ਕੋਲ ਬੱਚਿਓ ਮਾਈਨਸ, ਦੇਖੋ b ਦਾ ਮੁੱਲ ਕਿੰਨਾ ਸਾਡੇ ਕੋਲ 5, ਇਹਦਾ ਮੁੱਲ ਕਿੰਨਾ ਹੈ 1, ਤਾਂ ਮਾਈਨਸ 5 ਬਟਾ 1 ਮਾਈਨਸ 5। ਤਾਂ ਇਸ ਕਰਕੇ ਇਸ ਪ੍ਰਸ਼ਨ ਦਾ ਜੋ ਉੱਤਰ ਹੈ ਉਹ b ਆਪਸ਼ਨ ਹੈ। ਹੁਣ ਬੱਚਿਓ ਅੱਗੇ ਆਪਾਂ ਤੀਸਰਾ ਪ੍ਰਸ਼ਨ ਦੇਖਦੇ ਹਾਂ। ਸਾਡੇ ਕੋਲ ਤੀਸਰੇ ਪ੍ਰਸ਼ਨ 'ਚ ਹੈ ਏਪੀ ਜਾਣੀ ਕਿ ਅੰਕਗਣਿਤ ਲੜੀ। ਅੰਕਗਣਿਤ ਲੜੀ -15, -17, -21 ਦਾ ਚੌਥਾ ਪਦ ਪਤਾ ਕਰੋ। ਜਾਣੀ ਕਿ ਅਸੀਂ ਇਸ ਦੀ ਫੋਰਥ ਟਰਮ ਪਤਾ ਕਰਨੀ ਹੈ। ਤਾਂ ਬੱਚਿਓ ਸਾਨੂੰ ਪਤਾ ਵੀ ਇਸ ਦੇ ਵਿੱਚ ਡਿਫਰੈਂਸ ਆ ਰਿਹਾ ਹੈ, ਉਹ ਕਿੰਨਾ ਆ ਰਿਹਾ ਹੈ, ਉਹ ਸਾਡੇ ਕੋਲੇ -3 ਦਾ ਆ ਰਿਹਾ ਹੈ। ਤਾਂ ਅੱਗੇ ਅਸੀਂ -3 ਦੇ ਵਿੱਚ ਐਡ ਕਰਾਂਗੇ ਤਾਂ ਸਾਡੇ ਕੋਲ ਕਿੰਨਾ ਆ ਜਾਣਾਗਾ, -24। ਤਾਂ ਇਸ ਕਰਕੇ ਇਸ ਪ੍ਰਸ਼ਨ ਦਾ ਉੱਤਰ ਕੀ ਹੈ, -24। ਬੱਚਿਓ ਸਾਡੇ ਕੋਲ ਚੌਥਾ ਪ੍ਰਸ਼ਨ ਹੈ, ਗੋਲੇ ਦੀ ਸਤ੍ਹਾ ਦਾ ਖੇਤਰਫਲ ਦਾ ਸੂਤਰ ਲਿਖੋ ਜਿਸ ਦਾ ਅਰਧ ਵਿਆਸ r ਹੈ। ਗੋਲਾ ਜਾਣੀ ਕਿ ਬੱਚਿਓ ਸਫੀਅਰ, ਸਫੀਅਰ ਦੀ ਅਸੀਂ ਸਤ੍ਹਾ ਦਾ ਖੇਤਰ ਜਾਣੀ ਕਿ ਸਰਫੇਸ ਏਰੀਆ ਆਫ ਸਫੀਅਰ। ਤਾਂ ਬੱਚਿਓ ਸਾਨੂੰ ਕੀ ਹੁੰਦਾ ਹੈ, ਦੇਖੋ ਸਾਨੂੰ ਇਹਦਾ ਅਰਧ ਵਿਆਸ r ਦਿੱਤਾ ਹੈ ਤਾਂ ਸਾਡੇ ਕੋਲ ਹੁੰਦਾ ਹੈ 4 ਪਾਈ r ਸਕੁਅਰ। ਤਾਂ ਇਹ ਸਾਡੇ ਕੋਲੇ ਗੋਲੇ ਦੀ ਸਤ੍ਹਾ ਦਾ ਖੇਤਰਫਲ ਦਾ ਸੂਤਰ ਬੱਚਿਓ ਹੁੰਦਾ ਹੈ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ। ਪੰਜਵੇਂ ਪ੍ਰਸ਼ਨ 'ਚ ਇੱਕ ਪਾਸੇ ਨੂੰ ਇੱਕ ਵਾਰ ਸੁੱਟਿਆ ਜਾਂਦਾ ਹੈ, ਇੱਕ ਅਭਾਜ ਸੰਖਿਆ ਹੋਣ ਦੀ ਸੰਭਾਵਨਾ ਹੋਵੇਗੀ, ਜਾਣੀ ਕਿ ਕਿੰਨੀ ਹੋਵੇਗੀ। ਤਾਂ ਬੱਚੇ ਸਾਨੂੰ ਪਤਾ ਵੀ ਜੋ ਪਾਸਾ ਹੁੰਦਾ ਸਾਡੇ ਕੋਲੇ ਉਹਦੇ 1 ਤੋਂ ਲੈ ਕੇ 6 ਤੱਕ ਲਿਖੇ ਹੁੰਦੇ ਹਨ, ਜਾਣੀ ਕਿ ਉਹਦੀਆਂ 6 ਉਹਦੇ ਪਾਸੇ ਹੁੰਦੇ ਨੇ, 6 ਉਹਦੀਆਂ ਸਾਈਡ ਹੁੰਦੀਆਂ ਹਨ। ਤਾਂ ਅਸੀਂ ਦੱਸਣਾ ਵੀ ਅਭਾਜ ਸੰਖਿਆ ਹੋਣ ਦੀ। ਤਾਂ ਬੱਚੇ ਇਹ 'ਚ ਅਭਾਜ ਸੰਖਿਆਵਾਂ ਕਿਹੜੀਆਂ ਹਨ, ਜਿਸ ਨੂੰ ਅਸੀਂ ਪ੍ਰਾਈਮ ਨੰਬਰ ਕਹਿੰਦੇ ਹਾਂ। ਅਭਾਜ ਸੰਖਿਆ ਮਤਲਬ ਪ੍ਰਾਈਮ ਨੰਬਰ। ਕਿੰਨੇ ਆ, 2 ਹੈ, 3 ਹੈ, 5 ਹੈ। ਤਾਂ ਸਾਡੇ ਕੋਲ ਅਭਾਜ ਸੰਖਿਆਵਾਂ ਬੱਚਿਓ ਕਿੰਨੀਆਂ ਹੋਊਗੀਆਂ, 3। ਕੁੱਲ ਸੰਖਿਆਵਾਂ ਕਿੰਨੀਆਂ ਹਨ, 6। ਕਿਉਂਕਿ ਸਾਨੂੰ ਪਤਾ ਹੈ ਵੀ ਜਦੋਂ ਅਸੀਂ ਸੰਭਾਵਨਾ ਦੇ ਸੂਤਰ ਦੀ ਵਰਤੋਂ ਕਰਨੀ ਹੁੰਦੀ ਹੈ ਤਾਂ ਉੱਤਰ ਸਾਡੇ ਫੇਵਰੇਟ ਕੇਸਿਸ ਜਾਣੀ ਕਿ ਅਨੁਕੂਲ ਪਰਿਣਾਮ, ਥੱਲੇ ਕੁੱਲ ਸੰਖਿਆਵਾਂ ਜਾਣੀ ਕਿ ਟੋਟਲ ਕੇਸਿਸ। ਤਾਂ ਬੱਚਿਓ ਸਾਡੇ ਕੋਲ ਕੈਂਸਲ ਕਰਕੇ ਨਾ ਜਾਵੇਗਾ, ਇਹਨੂੰ ਆਪਾਂ ਕੱਢਦੇ ਹਾਂ ਤਾਂ 1/2। ਤਾਂ ਇਸ ਕਰਕੇ ਜੋ ਸੀ ਆਪਸ਼ਨ ਹੈ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਤਾਂ ਬੱਚਿਓ ਅੱਗੇ ਅਸੀਂ 6ਵਾਂ ਪ੍ਰਸ਼ਨ ਦੇਖਦੇ ਹਾਂ, ਖਾਲੀ ਥਾਂ ਵਿੱਚ ਕਥਨ ਲਿਖੋ। ਜਾਣੀ ਕਿ ਅਸੀਂ ਇਸ ਦੱਸਣਾ ਵੀ ਖਾਲੀ ਥਾਂ 'ਚ ਕੀ ਆਵੇਗਾ, ਫਿਲ ਦਾ ਬਲੈਂਕ ਵਾਲਾ ਪ੍ਰਸ਼ਨ ਹੈ। ਬੱਚਿਓ ਇਹ ਸਾਡੇ ਕੋਲ ਚੱਕਰ ਚੈਪਟਰ ਦੇ ਵਿੱਚੋਂ ਸਵਾਲ ਹੈ। ਤਾਂ ਸਾਨੂੰ ਪਤਾ ਹੈ ਵੀ ਇਸ ਤਰ੍ਹਾਂ ਸਾਡੇ ਕੋਲ ਇੱਕ ਚੱਕਰ ਹੁੰਦਾ ਹੈ ਤਾਂ ਉਸ ਦੇ ਵਿੱਚ ਅਸੀਂ ਇਹ ਦੋ ਖੰਡ, ਮੰਨ ਲਓ ਅਸੀਂ ਖੰਡ ਬਣਾ ਲੈਂਦੇ ਹਾਂ। ਸਾਡੇ ਕੋਲ ਇੱਕ ਖੰਡ ਇਹ ਹੈ ਬੱਚਿਓ, ਠੀਕ ਹੈ, ਪਾਰਟ ਜਿਹਨੂੰ ਅਸੀਂ ਸੈਕਟਰ ਕਹਿੰਦੇ ਆਂਗੇ, ਇਹ ਸਾਡੇ ਕੋਲ ਸੈਕਟਰ ਆ ਗਿਆ। ਹੁਣ ਦੇਖੋ ਜਿਹੜਾ ਇਹ ਹੈ ਇਹ ਸਾਡੇ ਕੋਲੇ ਦੀਰਘ ਹੈ, ਠੀਕ ਹੈ।
ਇਹ ਸਾਡੇ ਕੋਲ ਲਘੂ ਹੈ, ਤਾਂ ਅਸੀਂ ਦੇਖਿਆ ਵੀ ਜਿਹੜਾ ਦੀਰਘ ਖੰਡ ਦਾ ਖੇਤਰਫਲ ਹੈ ਉਹ ਕਿਸ ਵਿੱਚੋਂ ਘਟਾ ਕੇ ਉਸ ਵਿੱਚੋਂ ਅਸੀਂ ਕੀ ਜਾਣੀ ਕਿ ਕਿਸ ਵਿੱਚੋਂ ਲਘੂ ਖੰਡ ਦਾ ਖੇਤਰਫਲ ਘਟਾਈਏ ਤਾਂ ਕਿ ਸਾਨੂੰ ਦੀਰਘ ਖੰਡ ਦਾ ਖੇਤਰਫਲ ਪ੍ਰਾਪਤ ਹੋ ਜਾਵੇ। ਦੇਖੋ ਇਹ ਸਾਡੇ ਕੋਲੇ ਦੀਰਘ ਖੰਡ ਹੈ, ਦੀਰਘ ਖੰਡ ਅਸੀਂ ਇਹ ਪ੍ਰਾਪਤ ਕਰਨਾ ਹੈ, ਤਾਂ ਅਸੀਂ ਇਹ ਸਾਡੇ ਕੋਲ ਕੁੱਲ ਚੱਕਰ ਹੈ, ਜਾਣੀ ਜੇਕਰ ਅਸੀਂ ਕੁੱਲ ਚੱਕਰ ਦੇ ਖੇਤਰਫਲ ਦੇ ਵਿੱਚੋਂ ਅਸੀਂ ਇਹ ਲਘੂ ਖੰਡ ਦਾ ਖੇਤਰਫਲ ਮਾਈਨਸ ਕਰ ਦਈਏ ਤਾਂ ਸਾਡੇ ਕੋਲੇ ਦੀਰਘ ਖੰਡ ਦਾ ਖੇਤਰਫਲ ਪ੍ਰਾਪਤ ਹੋ ਜਾਂਦਾ ਹੈ। ਤਾਂ ਇਸ ਕਰਕੇ ਬੱਚਿਓ ਇੱਥੇ ਫਿਲ ਦਾ ਬਲੈਂਕ ਖਾਲੀ ਥਾਂ ਦੇ ਵਿੱਚ ਆਵੇਗਾ ਚੱਕਰ ਦਾ ਖੇਤਰਫਲ, ਯਾਨੀ ਕਿ ਜੇਕਰ ਚੱਕਰ ਦੇ ਖੇਤਰਫਲ ਦੇ ਵਿੱਚੋਂ ਲਘੂ ਖੰਡ ਦਾ ਖੇਤਰਫਲ ਘਟਾ ਦਈਏ ਤਾਂ ਸਾਨੂੰ ਦੀਰਘ ਖੰਡ ਦਾ ਜਿਹੜਾ ਸਾਡੇ ਕੋਲ ਖੇਤਰਫਲ ਬੱਚੋਂ ਪ੍ਰਾਪਤ ਹੋ ਜਾਂਦਾ ਹੈ। यानी कि मेजर सेक्टर एरिया ऑफ मेजर सेक्टर माइनस ई इक्वल टू एरिया ऑफ सर्कल माइनस एरिया ऑफ माइनर सेक्टर। तो बच्चों साडे कोल 7वां प्रश्न है, ये साडे कोल त्रिकोणमिति ट्रिग्नोमेट्री ਵਿੱਚੋਂ है। तो बच्चों साडे कोल एक फार्मूला है, ਹੁਣ देखो ਅਸੀਂ ਜੇਕਰ ਅਸੀਂ ਇਹਦੇ ਵਿੱਚੋਂ 9 ਸਾਂਝਾ ਰੱਖ ਲਈਏ, ਅਸੀਂ 9 ਨੂੰ ਮੰਨ ਲਓ ਸਾਂਝਾ ਰੱਖ ਲਿਆ ਹੈ ਤਾਂ ਸਾਡੇ ਕੋਲ ਇਸ ਤਰ੍ਹਾਂ ਕਾਮਨ ਲੈ ਲਿਆ ਹੈ, ਤਾਂ ਸਾਡੇ ਕੋਲ ਰਹਿ ਜਾਏਗਾ ਸੀਕੈਂਟ ਦਾ ਵਰਗ a ਮਾਈਨਸ tan ਦਾ ਵਰਗ a, ਕਿਉਂਕਿ ਅਸੀਂ ਇਹ 9 ਦਾ ਕਾਮਨ ਲੈ ਲਿਆ ਹੈ। ਤਾਂ ਬੱਚਿਓ ਸਾਨੂੰ ਪਤਾ ਵੀ ਇਹ ਸਾਡੇ ਕੋਲ ਇੱਕ ਫਾਰਮੂਲਾ ਹੁੰਦਾ ਹੈ, ਇਸ ਦੀ ਵੈਲਿਊ ਕਿੰਨੀ ਹੁੰਦੀ ਹੈ, ਇਸ ਦੀ ਵੈਲਿਊ ਹੁੰਦੀ ਹੈ 1, ਤਾਂ 9 ਗੁਣਾ 1 9, ਯਾਨੀ ਕਿ ਇੱਥੇ ਬੱਚਿਓ ਸਾਡੇ ਕੋਲ ਕਿੰਨਾ ਉੱਤਰ ਆਵੇਗਾ 9। ਅੱਗੇ ਬੱਚਿਓ ਸਾਡੇ ਕੋਲ ਪ੍ਰਸ਼ਨ ਹੈ, त्रिभुज ABC ਦਾ ਖੇਤਰਫਲ 0 ਵਰਗ ਇਕਾਈਆਂ ਹੈ ਤਾਂ ਤਿੰਨ ਬਿੰਦੂ ABC ਹਨ। ਤਾਂ ਬੱਚਿਓ ਜਦੋਂ त्रिभुज ਦਾ ਖੇਤਰਫਲ ਹੋਵੇ ਤਾਂ ਬਿੰਦੂ ਕੀ ਹੁੰਦੇ ਦੇਖੋ, ਤਾਂ ਬੱਚਿਓ ਸਾਡੇ ਕੋਲ ਮੰਨ ਲਓ ਤਿੰਨ ਬਿੰਦੂ ਹੈ, ਜੇ ਅਸੀਂ ਤਿੰਨ ਬਿੰਦੂ ਆ ਤਾਂ ਇਹ ਸਾਡੇ ਕੋਲ त्रिभुज ਬਣ ਗਈ। ਜੇ त्रिभुज ਬਣ ਜਾਵੇਗੀ ਤਾਂ त्रिभुज ਦਾ ਖੇਤਰਫਲ ਵੀ ਬਣੇਗਾ, ਲੇਕਿਨ ਸਾਡੇ ਕੋਲ त्रिभुज ਦਾ ਜੋ त्रिभुज ਦਾ ਖੇਤਰਫਲ ਬੱਚਿਓ ਕੀ ਹੈ 0 ਹੈ। ਇਹਦਾ ਮਤਲਬ ਬੱਚਿਓ ਜਿਹੜੀ त्रिभुज ਆ ਉਹ ਸਾਡੇ ਕੋਲ ਨਹੀਂ ਬਣ ਰਹੀ। ਅਸੀਂ ਇਸ ਕਰਕੇ ਜੇਕਰ ਤਿੰਨ ਬਿੰਦੂਆਂ ਨੂੰ ਇੱਕ ਰੇਖਾ ਵਿੱਚ ਰੱਖ ਦਈਏ, ਇਸ ਤਰ੍ਹਾਂ ਇਹਨਾਂ ਨੂੰ ਮਿਲਾ ਕੇ ਦੇਖੋ, ਜੇ ਅਸੀਂ ਇਹਨਾਂ ਨੂੰ ਮਿਲਾਵਾਂਗੇ ਤਾਂ त्रिभुज ਨਹੀਂ ਬਣੀ, ਜੇ त्रिभुज ਨਹੀਂ ਬਣੀ ਤਾਂ त्रिभुज ਦਾ ਖੇਤਰਫਲ 0 ਹੋਵੇਗਾ। ਜੇ ਅਸੀਂ ਮੰਨ ਲਓ ਬਿੰਦੂ ਤਿੰਨੇ ਇੱਕ ਰੇਖਾ ਨਹੀਂ ਰੱਖਦੇ, ਅਸੀਂ ਇੱਕ ਬਿੰਦੂ ਇੱਥੇ ਲੈ ਲੈਂਦੇ ਆ ਤਾਂ ਸਾਡੇ ਕੋਲ ਕੀ ਬਣਦੀ ਹੈ ਇੱਥੇ, ਇਹ ਸਾਡੇ ਕੋਲ ਇੱਕ त्रिभुज ਬਣਦੀ ਆ। ਜੇ त्रिभुज ਬਣ ਜਾਵੇਗੀ ਤਾਂ ਉਸਦਾ ਖੇਤਰਫਲ ਵੀ ਬਣੇਗਾ। ਇਸ ਕਰਕੇ ਜਦੋਂ त्रिभुज ਦਾ ਖੇਤਰਫਲ ਏਰੀਆ ਆਫ ਟ੍ਰਾਇੰਗਲ 0 ਹੈ, ਜਿਹੜੇ ਤਿੰਨ ਬਿੰਦੂ ਸਾਡੇ ਕੋਲ ABC ਉਹ ਕੀ ਹੁੰਦੇ ਆ, ਸਮਰੇਖੀ ਹੁੰਦੇ ਆ, ਯਾਨੀ ਕਿ ਇੱਕ ਰੇਖਾ ਵਿੱਚ ਹੁੰਦੇ ਆ, ਕੋਲੀਨੀਅਰ। ਠੀਕ ਹੈ ਬੱਚਿਓ, ਇਸ ਨੂੰ ਆਪਾਂ ਕੋਲੀਨੀਅਰ ਪੁਆਇੰਟਸ ਵੀ ਕਹਿੰਦੇ ਹਾਂ। ਹੁਣ ਬੱਚਿਓ ਅਸੀਂ ਅੱਗੇ ਪ੍ਰਸ਼ਨ ਦੇਖਦੇ ਹਾਂ, ਅੱਗੇ ਅਸੀਂ ਸੈਟ 2 ਬਣਾਇਆ ਹੈ, ਇਹਦੇ ਵਿੱਚ ਸਾਡੇ ਕੋਲ ਇਸ ਪ੍ਰਕਾਰ ਦੇ ਪ੍ਰਸ਼ਨ ਹੀ ਹਨ। ਇਸ ਦੇ ਵਿੱਚ ਹਨ ਹੇਠ ਲਿਖੇ ਕਥਨ ਨੂੰ ਪੂਰਾ ਕਰੋ, ਯਾਨੀ ਕਿ ਇਹਦੇ ਵਿੱਚ ਅਸੀਂ ਸਾਡੇ ਕੋਲ ਸਟੇਟਮੈਂਟ ਆ ਫਿਲ ਦੀ ਬਲੈਂਕ ਆ ਉਹ ਅਸੀਂ ਫਿਲ ਕਰਨੀ ਹੈ। ਤਾਂ ਬੱਚਿਓ ਜਿਹੜੇ ਇਹ ਪ੍ਰਸ਼ਨ ਆ ਮੈਂ ਤੁਹਾਨੂੰ ਪੰਜਾਬੀ ਮੀਡੀਅਮ ਵਿੱਚ ਕਰਵਾ ਰਿਹਾ ਹਾਂ, ਇਹ ਮੀਡੀਅਮ ਇੰਗਲਿਸ਼ ਮੀਡੀਅਮ ਵਿੱਚ ਅਵੇਲੇਬਲ ਹਨ। ਤੁਹਾਨੂੰ ਜੋ ਇਸ ਦੀ PDF ਅਪਲੋਡ ਕੀਤੀ ਜਾਵੇਗੀ ਤੁਹਾਡੇ ਗੂਗਲ ਕਲਾਸਰੂਮ ਤੇ ਜਾਂ YouTube ਚੈਨਲ ਤੇ, ਉਹ ਦੋਨਾਂ ਲੈਂਗੁਏਜ ਵਿੱਚ ਹੋਵੇਗੀ, ਉਹ ਇੰਗਲਿਸ਼ ਵੀ ਮਿਲੇਗੀ ਤੁਹਾਨੂੰ, ਉਹ ਪੰਜਾਬੀ ਵਿੱਚ ਵੀ ਮਿਲੇਗੀ। ਤਾਂ ਤੁਸੀਂ ਉਹਨਾਂ ਤੋਂ ਆਪਣੇ ਜਿਹੜੇ ਪ੍ਰਸ਼ਨਾਂ ਦੀ ਪ੍ਰੈਕਟਿਸ ਕਰ ਸਕਦੇ ਹੋ। ਲਗਭਗ ਤੁਹਾਨੂੰ 100 ਪ੍ਰਸ਼ਨ ਇਸ ਪ੍ਰਕਾਰ ਦੇ ਅੱਜ ਦਿੱਤੇ ਜਾਣਗੇ, ਲੇਕਿਨ ਆਪਾਂ ਨੇ ਪ੍ਰਸ਼ਨ ਕਰਾਂਗੇ ਥੋੜੇ, ਲੇਕਿਨ ਤੁਹਾਨੂੰ 100 ਪ੍ਰਸ਼ਨ ਅਸੀਂ PDF ਦੇਵਾਂਗੇ। ਤੁਸੀਂ ਉਸ PDF ਨੂੰ ਇੰਗਲਿਸ਼ ਤੇ ਪੰਜਾਬੀ ਮੀਡੀਅਮ ਦੋਨਾਂ ਵਿੱਚੋਂ ਤੁਸੀਂ ਪ੍ਰਸ਼ਨ ਜਿਵੇਂ ਤੁਹਾਡਾ ਮੀਡੀਅਮ ਤੁਹਾਨੂੰ ਠੀਕ ਲੱਗਦਾ ਹੈ ਉਹਦੇ ਵਿੱਚੋਂ ਕਰ ਸਕਦੇ ਹੋ। ਤਾਂ ਹੇਠ ਲਿਖੇ ਕਥਨ ਨੂੰ ਪੂਰਾ ਕਰੋ। ਉਸ ਘਟਨਾ ਦੀ ਸੰਭਾਵਨਾ ਜੋ ਵਾਪਰ ਨਹੀਂ ਸਕਦੀ। ਤਾਂ ਬੱਚਿਓ ਸਾਨੂੰ ਪਤਾ ਹੈ ਸਾਡੇ ਕੋਲ ਦੀ ਸੰਭਾਵਨਾ ਘੱਟ ਤੋਂ ਘੱਟ 0 ਹੁੰਦੀ ਹੈ, ਵੱਧ ਤੋਂ ਵੱਧ 1 ਹੁੰਦੀ ਹੈ। ਦੇਖੋ ਜੋ ਘਟਨਾ ਵਾਪਰ ਨਹੀਂ ਸਕਦੀ, ਸੰਭਵ ਵੀ ਨਹੀਂ ਬਿਲਕੁਲ, ਤਾਂ ਉਸ ਦੀ ਫਿਰ ਸੰਭਾਵਨਾ ਕੀ ਹੋਵੇਗੀ 0। ਇਸ ਕਰਕੇ ਸਾਡੇ ਕੋਲ ਬੱਚੇ ਉੱਤਰ ਗਿਆ ਹੋਵੇਗਾ ਇਸਦਾ 0 0। ਆਇਤਨ ਸ਼ੰਕੂ ਦੇ ਆਇਤਨ ਦਾ ਸੂਤਰ ਲਿਖੋ। ਬੱਚਿਓ ਸਾਨੂੰ ਪਤਾ ਹੈ ਵੀ ਇਹ ਸਾਡੇ ਕੋਲ ਇੱਕ ਸ਼ੰਕੂ ਹੁੰਦਾ ਹੈ, ਸਾਡੇ ਕੋਲ ਇੱਕ ਸ਼ੰਕੂ ਹੈ। ਠੀਕ ਹੈ ਬੱਚਿਓ, ਕਈ ਬੱਚੇ ਇਹਨੂੰ ਇਸ ਤਰ੍ਹਾਂ ਵੀ ਬਣਾ ਲੈਂਦੇ ਹਨ। ਅਸੀਂ ਦੱਸਣਾ ਹੈ ਇਹਦਾ ਆਇਤਨ, ਆਇਤਨ ਜਾਣੀ ਬੱਚਿਓ ਵੋਲਿਊਮ, ਵੋਲਿਊਮ ਫਾਰਮੂਲਾ। ਸ਼ੰਕੂ ਜਾਣੇਗਾ ਕੋਣ, ਕੋਣ ਦੇ ਵੋਲਿਊਮ ਦਾ ਜਿਹੜਾ ਫਾਰਮੂਲਾ ਉਹ ਲਿਖਣਾ ਹੈ। ਤੇ ਬੱਚਿਓ ਤੁਹਾਨੂੰ ਸਾਰਿਆਂ ਨੂੰ ਇਸ ਦੇ ਵੋਲਿਊਮ ਦਾ ਸੂਤਰ ਪਤਾ ਹੋਵੇਗਾ, ਕੀ ਹੁੰਦਾ ਹੈ 1/3 ਪਾਈ r² h।
ਬੱਚੇ ਜੋ h ਹੈ ਇਹ ਸਾਡੇ ਕੋਲ ਕੀ ਹੈ, ਇਹ ਸਾਡੇ ਕੋਲੇ ਸ਼ੰਕੂ ਦੀ ਉਚਾਈ ਹੈ। ਜੇ ਸਾਡੇ ਕੋਲ r ਹੈ ਇਹ ਸ਼ੰਕੂ ਦਾ ਅਰਧ ਵਿਆਸ ਹੈ। ਅੱਗੇ ਬੱਚੋ ਪ੍ਰਸ਼ਨ ਨੰਬਰ 3 ਕਰਦੇ ਹਾਂ, ਖਾਲੀ ਥਾਂ ਭਰੋ। ਬੱਚੇ ਦੇ ਵਿੱਚ ਸਾਡੇ ਕੋਲ ਹੈ ਭਾਜ, ਭਾਜਕ ਪਲੱਸ ਬਾਕੀ। ਤਾਂ ਬੱਚੋ ਸਾਨੂੰ ਪਤਾ ਹੈ, ਮੰਨ ਲਓ ਕਿ ਸਾਡੇ ਕੋਲ ਕੋਈ ਸੰਖਿਆ ਸਾਡੇ ਕੋਲ ਅਸੀਂ ਲੈ ਲਈਏ ਵੀ 11 ਹੈ। ਅਸੀਂ ਜੇਕਰ ਉਸ 11 ਸੰਖਿਆ ਨੂੰ ਕਿਸੇ ਸੰਖਿਆ ਨਾਲ ਭਾਗ ਕਰੀਏ ਤਾਂ ਸਾਨੂੰ ਕੀ ਕੀ ਪ੍ਰਾਪਤ ਹੁੰਦਾ ਹੈ, ਅਸੀਂ ਕਿਸੇ ਵੀ ਸੰਖਿਆ ਨੂੰ ਭਾਗ ਕਰਕੇ ਦੇ ਸਕਦੇ ਹਾਂ। ਮੰਨ ਲਓ 11 ਨੂੰ ਮੈਂ 3 ਨਾਲ ਭਾਗ ਕਰਦਾ ਹਾਂ, ਬੱਚੋ ਕਿੰਨੇ ਜਾਵੇਗਾ ਇਹ 3 3 9 2। ਬੱਚੋ ਜਿਹੜਾ 2 ਹੈ 2 ਕੀ ਹੈ ਸਾਡੇ ਕੋਲ ਬਾਕੀ ਹੈ ਜੋ ਇਹ ਹੈ। ਭਾਜ ਬੱਚੋ ਜਿਹੜੀ ਸੰਖਿਆ ਨੂੰ ਅਸੀਂ ਭਾਗ ਕਰਦੇ ਹਾਂਗੇ ਉਹ ਸਾਡੇ ਕੋਲ ਭਾਜ, ਜਾਣੀ ਕਿ ਭਾਜ ਸਾਡੇ ਕੋਲ ਇਹ ਆ ਗਈ। ਜਿਹੜੀ ਸੰਖਿਆ ਨਾਲ ਅਸੀਂ ਸੰਖਿਆ ਨੂੰ ਭਾਗ ਕਰਦੇ ਹਾਂ ਜਾਣੀ ਕਿ ਡਿਵਾਈਡ ਕਰਦੇ ਹਾਂ ਉਸ ਨੂੰ ਅਸੀਂ ਬੋਲਦੇ ਹਾਂਗੇ ਭਾਜਕ। ਤਾਂ ਬੱਚੋ ਸਾਡੇ ਕੋਲ ਜਿਹੜੀ ਇਹ 4 ਨੰਬਰ ਸੰਖਿਆ ਰਹਿ ਗਈ ਇਹ ਅਸੀਂ ਇਸ ਖਾਲੀ ਥਾਂ ਦੇ ਵਿੱਚ ਲਿਖਣੀ ਹੈ। ਤਾਂ ਬੱਚੋ ਤੁਹਾਨੂੰ ਪਤਾ ਹੈ ਅਸੀਂ ਇਸ ਨੂੰ ਕੀ ਬੋਲਦੇ ਹਾਂਗੇ ਭਾਗਫਲ। ਇੰਗਲਿਸ਼ ਚ ਆਪਾਂ ਇਸ ਨੂੰ ਕੀ ਬੋਲਦੇ ਹਾਂਗੇ ਕੋਸ਼ੈਂਟ। ਠੀਕ ਹੈ ਬੱਚਿਓ, ਤਾਂ ਇਹਦਾ ਆਨਸਰ ਕੀ ਆਵੇਗਾ ਭਾਗਫਲ ਜਾਂ ਕੋਸ਼ੈਂਟ। ਠੀਕ ਹੈ ਬੱਚਿਓ, ਇਹ ਇੰਗਲਿਸ਼ ਵਿੱਚ ਅਸੀਂ ਰਿਮਾਈਂਡਰ ਕਹਿੰਦੇ ਆ। ਠੀਕ ਹੈ ਬੱਚਿਓ, ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ, ਵੰਡ ਐਲਗੋਰਿਥਮ ਵਿੱਚ ਬਾਕੀ ਹਮੇਸ਼ਾ ਭਾਜਕ ਤੋਂ ਵੱਡਾ ਹੁੰਦਾ ਹੈ। ਤਾਂ ਬੱਚਿਓ ਆਪਾਂ ਹੁਣੇ ਦੇਖਿਆ ਸੀ, ਆਪਾਂ ਦੱਸਣਾ ਵੀ ਵੰਡ ਐਲਗੋਰਿਥਮ ਅਸੀਂ ਉਹ ਵੰਡ ਕੀਤੀ ਹੈ। ਦੇਖੋ ਉਹ ਚ ਦੱਸਣਾ ਵੀ ਜਿਹੜਾ ਸਾਡੇ ਕੋਲ ਜਿਹੜਾ ਭਾਜਕ ਆ ਬਾਕੀ ਹਮੇਸ਼ਾ ਭਾਜਕ ਤੋਂ ਵੱਡਾ ਹੁੰਦਾ ਹੈ। ਦੇਖੋ ਆਪਾਂ ਹੁਣੇ ਕੀਤਾ ਸੀ ਇਹਦੇ ਵਿੱਚ, ਜੇ ਆਪਾਂ ਇਹਨੂੰ ਇਸ ਤਰ੍ਹਾਂ ਦੇਖੀਏ ਵੀ ਅਸੀਂ ਇਹਨੂੰ ਡਿਵਾਈਡ ਕੀਤਾ, ਇਹ ਸਾਡੇ ਕੋਲ 9 ਇਹ 2 ਆ ਗਿਆ ਸੀਗਾ। ਬੱਚਿਓ ਇਹ ਕੀ ਸੀ ਸਾਡੇ ਕੋਲੇ ਭਾਜਕ, ਬੱਚਿਓ ਇਹ ਕੀ ਸੀਗਾ ਬਾਕੀ। ਤਾਂ ਸਾਨੂੰ ਪਤਾ ਹੈ ਵੀ ਜਿਹੜਾ ਬਾਕੀ ਹੈ ਜੇਕਰ ਭਾਜਕ ਨਾਲੋਂ ਵੱਡਾ ਹੋਵੇ ਤਾਂ ਅਸੀਂ ਅੱਗੇ ਵੰਡ ਵਿਧੀ ਜਾਂ ਵੰਡ ਐਲਗੋਰਿਥਮ ਜੋ ਸਾਡੇ ਕੋਲ ਹੈਗਾ ਪਹਿਲੇ ਚੈਪਟਰ ਦੇ ਵਿੱਚ ਉਸ ਦੀ ਵਰਤੋਂ ਕਰਕੇ ਅੱਗੇ ਅਸੀਂ ਡਿਵਾਈਡ ਕਰਦੇ ਹਾਂ। ਤਾਂ ਅਸੀਂ ਉਹਨਾਂ ਚਿਰ ਸੰਖਿਆ ਨੂੰ ਭਾਗ ਕਰਦੇ ਰਹਿੰਦੇ ਹਾਂ, ਡਿਵਾਈਡ ਕਰਦੇ ਰਹਿੰਦੇ ਹਾਂ ਜਿੰਨਾ ਚਿਰ ਬਾਕੀ ਭਾਜਕ ਨਾਲੋਂ ਘੱਟ ਨਹੀਂ ਆ ਜਾਂਦਾ। ਤਾਂ ਇੱਥੇ ਕੀ ਪੁੱਛਿਆ ਵੰਡ ਐਲਗੋਰਿਥਮ ਬਾਕੀ ਹਮੇਸ਼ਾ ਭਾਜਕ ਤੋਂ ਵੱਡਾ ਹੁੰਦਾ ਹੈ। ਤਾਂ ਬੱਚੋ ਫਿਰ ਇਹ ਕੀ ਹੈ, ਇਹ ਇੱਕ ਗਲਤ ਸਟੇਟਮੈਂਟ ਹੈ ਕਿਉਂਕਿ ਜਿਹੜਾ ਬਾਕੀ ਆ ਹਮੇਸ਼ਾ ਭਾਗ ਤੋਂ ਕੀ ਹੁੰਦਾ ਹੈ ਛੋਟਾ ਹੁੰਦਾ ਹੈ। ਹੁਣ ਬੱਚੋ ਅਸੀਂ ਅੱਗੇ ਪੰਜਵਾਂ ਪ੍ਰਸ਼ਨ ਦੇਖਦੇ ਹਾਂ, ਹੇਠ ਲਿਖਿਆਂ ਵਿੱਚੋਂ ਕਿਹੜੀ ਅੰਕਗਣਿਤ ਲੜੀਆਂ AP ਹੈ। ਯਾਨੀ ਕਿ ਕਿਹੜੀ ਜਿਹੜੀ ਲੜੀ ਹੈ ਸਾਡੇ ਕੋਲੇ ਉਹ ਅੰਕਗਣਿਤ ਲੜੀ ਹੈ। ਬੱਚੋ ਲੜੀ ਤਾਂ ਕੋਈ ਵੀ ਹੋ ਸਕਦੀ ਹੈ, ਸਾਡੇ ਅਸੀਂ ਦੱਸਣਾ ਵੀ ਅੰਕਗਣਿਤ ਲੜੀ ਯਾਨੀ ਕਿ AP ਅਰਥਮੈਟਿਕ ਪ੍ਰੋਗਰੈਸ਼ਨ। ਤਾਂ ਸਾਨੂੰ ਬੱਚੋ ਪਤਾ ਹੈ ਇਹਦੇ ਵਿੱਚ ਇੱਕ D ਹੁੰਦਾ ਹੈ, D ਨੂੰ ਅਸੀਂ ਕੀ ਬੋਲਦੇ ਹਾਂ, D ਨੂੰ ਅਸੀਂ ਬੋਲਦੇ ਹਾਂ ਸਾਂਝਾ ਅੰਤਰ। ਸਾਂਝਾ ਅੰਤਰ ਭਾਵ ਜੇਕਰ ਸਾਰੀਆਂ ਸੰਖਿਆਵਾਂ ਦੇ ਵਿਚਾਰ ਜੋ ਅੰਤਰ ਹੈ ਉਹ ਇੱਕੋ ਜਿਹਾ ਹੋਵੇ ਤਾਂ ਸੰਖਿਆ ਹੁੰਦੀ AP। ਬੱਚੋ ਆਪਾਂ ਇੱਥੇ ਦੇਖਦੇ ਹਾਂ, ਦੇਖੋ ਸਾਡੇ ਕੋਲ ਕੀ ਹੈ, ਸਾਡੇ ਕੋਲ 1 ਹੈ। ਹੁਣ ਅਸੀਂ ਦੇਖੋ -1 ਦੇ ਵਿੱਚੋਂ 1 ਘਟਾਇਆ ਤਾਂ -2। ਅੱਗੇ ਸਾਡੇ ਕੋਲੇ ਸੰਖਿਆ ਹੈ -1 ਦੇ ਵਿੱਚੋਂ -1 ਕੀਤਾ ਤੇ ਇੱਥੇ ਆ ਗਿਆ 0, ਯਾਨੀ ਕਿ ਇਹਦੇ ਵਿੱਚ ਡਿਫਰੈਂਸ ਨਹੀਂ ਆ ਰਿਹਾ, ਇਸ ਕਰਕੇ ਸੰਖਿਆ ਨਹੀਂ ਹੋ ਸਕਦੀ। ਅੱਗੇ 3 ਚੋਂ 1 ਘਟਾਇਆ ਬੱਚੋ 2, 9 ਚੋਂ 3 ਘਟੇ 6, ਤਾਂ ਇਹਨਾਂ ਦਾ ਜਿਹੜਾ ਅੰਤਰ ਉਹ ਵੀ ਸੇਮ ਨਹੀਂ ਹੈ, ਇਸ ਕਰਕੇ ਇਹ ਵੀ ਸੰਖਿਆ ਨਹੀਂ ਹੋ ਸਕਦੀ। ਅੱਗੇ ਆਪਾਂ ਦੇਖੀਏ, ਦੇਖੋ a ਆ a ਸਕੁਅਰ ਆ, ਤਾਂ ਦੇਖੋ a ਸਕੁਅਰ ਦੇ ਵਿੱਚੋਂ ਆਪਾਂ ਜੇ a ਘਟਾਵਾਂਗੇ ਤਾਂ ਬੱਚੋ ਕਿੰਨਾ ਆ ਜਾਵੇ ਸਾਡੇ ਕੋਲੇ a -1। ਲੇਕਿਨ ਅੱਗੇ ਜੇਕਰ ਅਸੀਂ a3 ਦੇ ਵਿੱਚੋਂ a2 ਘਟਾਉਂਦੇ ਆ ਸਾਡੇ ਕੋਲ ਆ ਜਾਵੇਗਾ a ਸਕੁਅਰ a -1। ਦੇਖੋ ਇਹ ਤਾਂ ਸਾਂਝਾ ਆ ਰਿਹਾ ਲੇਕਿਨ ਇੱਥੇ a ਹੈ ਇੱਥੇ ਸਕੁਅਰ ਹੈ, ਇਸ ਕਰਕੇ ਇਹ ਸੰਖਿਆ ਵੀ ਅੰਕਗਣਿਤ ਲੜੀ ਨਹੀਂ ਹੋ ਸਕਦੀ। ਤਾਂ ਬੱਚੋ ਫਿਰ ਇਹ ਤਾਂ ਆਪਸ਼ਨ ਹੋਣਾ ਜ਼ਰੂਰੀ ਹੈ। ਆਪਾਂ ਘਟਾ ਕੇ ਦੇਖਦੇ ਹਾਂ, -4 ਚੋਂ 0 ਘਟਾਇਆ, ਘਟਾਓ 4, -8 ਦੇ ਵਿੱਚੋਂ ਅਸੀਂ -4 ਕੀਤਾ, -8 ਪਲੱਸ 4 -4। ਅੱਗੇ ਇਸ ਤਰ੍ਹਾਂ ਅਸੀਂ 12 ਵਿੱਚੋਂ -8 ਘਟਾਵਾਂਗੇ ਉਹ ਵੀ -4 ਆ ਜਾਵੇਗਾ। ਜਾਣ ਕੇ ਬੱਚੋ ਇਹ ਵੀ -4 ਇਹ ਵੀ ਜਾਣ ਕੇ ਇਹਦੇ ਵਿੱਚ ਜੋ ਸਾਂਝਾ ਅੰਤਰ ਹੈ ਉਹ ਇੱਕੋ ਜਿਹਾ ਆ ਰਿਹਾ ਹੈ, ਇਸ ਕਰਕੇ ਇਸ ਪ੍ਰਸ਼ਨ ਦਾ ਜੋ ਉੱਤਰ ਹੈ ਉਹ 3 ਹੈ। 3 ਨੰਬਰ ਆਪਸ਼ਨ ਇਸ ਪ੍ਰਸ਼ਨ ਦਾ ਉੱਤਰ ਹੈ। ਬੱਚੋ ਅਸੀਂ ਅੱਗੇ 6ਵਾਂ ਸਵਾਲ ਦੇਖਦੇ ਹਾਂ। ਤਾਂ ਬੱਚੋ ਸਾਡੇ ਕੋਲ 6ਵੇਂ ਸਵਾਲ ਲਿਖਣਾ ਵਿਭਾਜਨ ਸੂਤਰ। ਬੱਚੋ ਵਿਭਾਜਨ ਸੂਤਰ ਸਾਡਾ ਜੋ ਚੈਪਟਰ ਹੈ ਜਾਣੀ ਕਿ ਅਸੀਂ ਇਸ ਨੂੰ ਸੈਕਸ਼ਨ ਫਾਰਮੂਲਾ ਵੀ ਕਹਿੰਦੇ ਹਾਂ। ਸੈਕਸ਼ਨ ਫਾਰਮੂਲਾ
ਬੱਚੋ ਕੀ ਹੁੰਦਾ ਵੀ ਸਾਡੇ ਕੋਲ ਇੱਕ ਰੇਖਾ ਖੰਡ ਹੈ, ਉਸਦੇ ਇਸ ਤਰ੍ਹਾਂ ਸਾਡੇ ਕੋਲ ਦੋ ਬਿੰਦੂ ਹਨ x1 y1। ਇੱਥੇ ਸਾਡੇ ਕੋਲ ਜੋ ਬਿੰਦੂ ਹੈ ਉਹ x2 y2। ਬੱਚੋ ਆਪਾਂ ਥੋੜਾ ਜਿਹਾ ਕਲਰ ਚੇਂਜ ਕਰ ਲੈਂਦੇ ਹਾਂ, ਕਿਉਂਕਿ ਸਾਡੇ ਕੋਲ ਜਿਹੜਾ ਕਲਰ ਆ ਉਹ ਥੋੜਾ ਜਿਹਾ ਰੈੱਡ ਦਿਖਾਈ ਦੇ ਰਿਹਾ ਇਹਦੇ ਵਿੱਚ। ਇਸ ਰੇਖਾ ਖੰਡ ਨੂੰ ਕੋਈ ਬਿੰਦੂ ਪ੍ਰਭਾਵਿਤ ਕਰਦਾ ਹੈ, ਉਹਨੂੰ ਅਸੀਂ xy ਮੰਨ ਲੈਂਦੇ ਹਾਂ। ਇਹ ਸਾਡੇ ਕੋਲ ਬਿੰਦੂ A ਸੀ ਬੱਚੋ, ਇਹ ਸਾਡੇ ਕੋਲ ਬਿੰਦੂ B ਸੀਗਾ, ਇਹਨੂੰ ਅਸੀਂ C ਮੰਨ ਲੈਂਦੇ ਹਾਂ। ਤਾਂ ਅਸੀਂ ਦੇਖਣਾ ਵੀ ਜਿਹੜਾ C ਆ ਉਹ ਇਸ ਰੇਖਾ ਖੰਡ ਨੂੰ ਵੰਡ ਰਿਹਾ ਗਾ। ਮੰਨ ਲਓ ਇਹ ਰੇਸ਼ਾ ਸਾਡੇ ਕੋਲ ਹੈ M ਇਹ N, ਯਾਨੀ ਕਿ ਜੋ ਰੇਸ਼ੋ ਹੈ ਉਹਨਾਂ ਦੀ ਉਹ ਬੱਚੋ ਸਾਡੇ ਕੀ ਹੈ ਉਹ M ਤੇ N ਹੈ। ਤਾਂ ਅਸੀਂ ਦੇਖਣਾ ਵੀ ਜੋ C ਹੈ C ਦੇ ਜਿਹੜੇ ਬਿੰਦੂ ਕੀ ਹੋਣਗੇ। ਤਾਂ ਬੱਚੇ ਜੋ C ਦੇ ਬਿੰਦੂ X ਵਾਲਾ ਹੁੰਦਾ ਹੈ ਇਹ ਸਾਡੇ ਕੋਲ ਹੁੰਦਾ ਹੈਗਾ x2 M x1 N नीचे M जमा N। इस तरह बच्चों को y आ जाता है y2 M y1 N नीचे M प्लस N। बच्चों सीधा सवाल जो साडे कोल पहली रेशो है, ਅਸੀਂ ਪਹਿਲੀ ਰੇਸ਼ੋ ਨੂੰ ਦੂਜੇ ਕੋਆਰਡੀਨੇਟ ਮਲਟੀਪਲਾਈ ਕਰਨਾ ਹੈ। ਜੋ ਇਧਰ ਹੈ ਉਹਨੂੰ ਅਸੀਂ ਇਸ ਤਰ੍ਹਾਂ ਕਰਨਾ ਹੈ। ਜਦੋਂ x ਵਾਲੇ ਪਤਾ ਕਰਨੇ ਹੈ ਉਦੋਂ ਸਿਰਫ ਅਸੀਂ x ਵਾਲੇ ਬਿੰਦੂ ਲੈਣੇ ਹਨ, ਜਦੋਂ y ਵਾਲਾ ਬਿੰਦੂ ਪਤਾ ਕਰਨਾ ਹੈ ਤਾਂ ਉਦੋਂ ਅਸੀਂ y ਵਾਲੇ ਬਿੰਦੂ ਲੈਣੇ ਹਨ। ਤਾਂ ਬੱਚੋ ਇਹ ਸਾਡੇ ਕੋਲ ਜੋ ਆ ਗਿਆ ਇਹ ਸਾਡੇ ਕੋਲੇ ਵਿਭਾਜਨ ਸੂਤਰ ਸੈਕਸ਼ਨ ਫਾਰਮੂਲਾ ਸਾਡੇ ਕੋਲ ਆ ਗਿਆ ਹੈ। ਅੱਗੇ ਬੱਚੇ ਅਸੀਂ ਦੇਖਦੇ ਹਾਂ ਮੁੱਲ ਪਤਾ ਕਰੋ। ਸਾਡੇ ਕੋਲ ਟ੍ਰਿਗਨੋਮੈਟਰੀ ਦਾ ਸਵਾਲ ਹੈ, ਮੁੱਲ ਪਤਾ ਕਰਨਾ ਹੈ ਵੀ ਇਹਨਾਂ ਦਾ ਕਿੰਨਾ ਹੋਵੇਗਾ। ਤਾਂ ਬੱਚੋ ਸਾਡੇ ਕੋਲ ਕੁਝ ਫਾਰਮੂਲੇ ਹੁੰਦੇ ਹਨ, ਜਿਸ ਤਰ੍ਹਾਂ ਸਾਡੇ ਕੋਲੇ ਅਸੀਂ ਲਿਖਦੇ ਹਾਂ tan 90 ਡਿਗਰੀ ਮਾਈਨਸ ਥੀਟਾ। ਬੱਚੋ ਕੀ ਹੁੰਦਾ ਹੈ cot ਥੀਟਾ। ਸਿਮਿਲਰਲੀ ਅਸੀਂ ਇਹਨੂੰ ਲਿਖ ਕੇ cot 90 ਡਿਗਰੀ ਮਾਈਨਸ ਥੀਟਾ। ਬੱਚੋ ਕੀ ਹੁੰਦਾ ਹੈ tan ਥੀਟਾ। ਤਾਂ ਬੱਚੋ ਆਪਾਂ ਇਸੇ ਸੂਤਰ ਦੀ ਵਰਤੋਂ ਕਰਕੇ ਇਸ ਦਾ ਮੁੱਲ ਪਤਾ ਕਰਨਾ ਹੈ। ਬੱਚੋ ਸਾਡੇ ਕੋਲ ਜੋ tan ਹੈ ਇਸ tan ਨੂੰ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ, ਦੇਖੋ ਸਾਡੇ ਕੋਲ 26 ਡਿਗਰੀ ਹੈ, 26 ਨੂੰ ਅਸੀਂ 90 ਵਿੱਚੋਂ ਕਿੰਨਾ ਘਟਾਈਏ ਤਾਂ ਕਿ ਉਹ ਸਾਨੂੰ ਜਿਹੜਾ 26 ਡਿਗਰੀ ਉਹ ਪ੍ਰਾਪਤ ਹੋ ਜਾਵੇ। ਬੱਚੋ ਮੈਂ ਕੀ ਕੀਤਾ ਦੇਖੋ ਇੱਥੇ ਸਿਰਫ ਜੋ 26 ਡਿਗਰੀ ਆ ਸਿਰਫ ਉਸ ਨੂੰ ਚੇਂਜ ਕੀਤਾ। ਦੇਖੋ ਇਹ ਸਾਡੇ ਕੋਲ ਜੋ 26 ਡਿਗਰੀ ਹੈ ਸਿਰਫ ਮੈਂ ਇਸ ਨੂੰ ਜਿਹੜਾ ਹੈਗਾ ਉਹ ਚੇਂਜ ਕਰ ਰਿਹਾ। ਦੇਖੋ 26 ਡਿਗਰੀ ਆ ਉਹਨੂੰ ਮੈਂ ਕੀ ਲਿਖ ਲਿਆ 90 ਮਾਈਨਸ 64 26 ਆ ਜਾਵੇਗਾ। तो बच्चों देखो इतने साढ़े को ये फार्मूला साढ़े को लग गया है tan 90 माइनस थीटा। थीटा केड़ा बच्चों 64 डिग्री। tan 90 माइनस थीटा यानी कि बन जाना साढ़े को cot। बच्चों cot कितना बन गया 64 डिग्री। बच्चों फिर आप ऊपर की लिख सकते हैं यानी कि इन्हें लिख सकते हैं कि cot 64 डिग्री अपॉन cot 64 डिग्री, क्योंकि बच्चों सेम बन गया ऊपर भी एक नीचे भी एक बटा एक, यानी कि बच्चों इस प्रश्न का उत्तर कितना आ जाएगा 1। हुण बच्चों असीं अगे 8वां प्रश्न देखते हाँ। कोण थीटा ਅਤੇ अर्ध व्यास r वाले अर्ध व्यासी खंड के खेत्रफल का सूत्र लिखो। बच्चों ਇਹਦੇ ਵਿੱਚ ਸਾਨੂੰ ਕੀ ਪੁੱਛਿਆ ਹੈ ਤਾਂ ਅਸੀਂ ਦੱਸਣਾ देखो ਸਾਡੇ ਕੋਲ ਇੱਕ ਇਸ ਤਰ੍ਹਾਂ ਚੱਕਰ ਹੁੰਦਾ है। तो बच्चों ये सारे चक्कर का केंद्र है ये। जो ਅਸੀਂ ਆ ਗੱਲ ਕਹਿ ਰਹੇ ਹਾਂ ਇਹ ਸਾਡੇ ਕੋਲ अर्ध व्यासी खंड है। इसका कोण कितना है थीटा ਦਿੱਤਾ है। इसका अर्ध व्यास r बच्चों ये भी r होगा r होगा। ਅਸੀਂ ਇਸ ਨੂੰ o ਲਿਖਿਆ है। ये ਸਾਡੇ ਕੋਲ a है ये ਸਾਡੇ ਕੋਲ b है। ਤਾਂ ਸਾਨੂੰ ਜੋ ਇਹ ਵਾਲਾ ਭਾਗ ਹੈ ਸਾਰਾ ठीक है बच्चों ਆਪਾਂ ਇਹਨੂੰ ਕਲਰ ਚੇਂਜ ਕਰਕੇ ਦੇਖਦੇ ਹਾਂ ਵੀ ਇਹ ਸਾਡੇ ਕੋਲ ਜੋ ਭਾਗ ਹੈ ਅਸੀਂ ਇਸ ਭਾਗ ਦਾ ਖੇਤਰਫਲ ਸਾਨੂੰ ਪਤਾ ਕਰਨ ਨੂੰ ਕਿਹਾ ਗਿਆ ਹੈ। ਬੱਚੋ ਅਸੀਂ ਇਸ अर्ध व्यासी खंड ਦਾ ਜਿਹੜਾ ਖੇਤਰਫਲ ਪਤਾ ਕਰਨਾ ਹੈ। ਤਾਂ ਬੱਚੋ ਇਹਦਾ ਸੂਤਰ ਕੀ ਹੁੰਦਾ ਹੈ ਥੀਟਾ अपॉन 360 डिग्री गुणा पाई r ਦੀ 2। ਬੱਚੋ ਇਹ ਸਾਡੇ ਕੋਲ ਇਹਦਾ ਸੂਤਰ ਹੁੰਦਾ ਹੈ ਜਾਨੀ ਕਿ अर्ध व्यासी खंड ਦਾ ਫਾਰਮੂਲੇ ਦਾ सूत्र। ਹੁਣ ਬੱਚੋ ਆਪਾਂ ਅਗਲਾ ਪ੍ਰਸ਼ਨ ਦੇਖਦੇ ਹਾਂ।
ਸਾਡੇ ਕੋਲ ਸੈੱਟ ਨੰਬਰ 3 ਦਾ ਪਹਿਲਾ ਪ੍ਰਸ਼ਨ ਹੈ, ਜੇਕਰ m ਦੀ ਘਾਤ n 32 ਹੋਵੇ ਅਤੇ mn ਧਨਾਤਮਕ ਸੰਖਿਆਵਾਂ ਹੋਣ ਤਾਂ nm ਦਾ ਮੁੱਲ ਪਤਾ ਕਰੋ। ਤਾਂ ਬੱਚੋ ਦੇਖੋ ਇੱਥੇ m ਦੀ ਘਾਤ n ਹੈ, ਇੱਥੇ n ਦੀ ਘਾਤ m ਹੈ। ਤਾਂ ਇਹਦੇ ਵਾਸਤੇ ਸਾਨੂੰ ਕੀ ਕਰਨਾ ਪੈਣਾ ਹੈ ਵੀ ਸਾਨੂੰ m ਤੇ n ਦਾ ਮੁੱਲ ਪਤਾ ਹੋਣਾ ਚਾਹੀਦਾ ਹੈ। ਬੱਚੋ ਦੇਖੋ ਅਸੀਂ ਕੀ ਕਰਦੇ ਹਾਂ, ਇਹ m ਹੈ, ਇਹਦੀ ਘਾਤ ਅਸੀਂ n ਲਿਖੀ ਹੈ। ਤਾਂ ਅਸੀਂ ਬੱਚੋ 32 ਨੂੰ ਕੀ ਕੀਤਾ, 32 ਨੂੰ ਅਸੀਂ 2 ਦੀ ਘਾਤ m 5 ਲਿਖ ਲਿਆ ਹੈ। 2 ਦੀ ਘਾਤ ਬੱਚੋ 5 ਜਾਣੀ ਕਿ 2 ਗੁਣਾ 2 ਗੁਣਾ 2 5 ਵਾਰੀ ਕਰਾਂਗੇ ਤਾਂ 32 ਆ ਜਾਵੇਗਾ। ਹੁਣ ਅਸੀਂ ਇਹਨਾਂ ਨੂੰ ਬਰਾਬਰ ਕਰ ਦਿੰਦੇ, ਦੇਖੋ ਇਹਦਾ ਮਤਲਬ m ਕਿੰਨਾ ਬਣ ਗਿਆ ਸਾਡੇ ਕੋਲ 2, n ਕਿੰਨਾ ਬਣ ਗਿਆ 5। ਤਾਂ ਹੁਣ ਅਸੀਂ ਇਸ ਦਾ ਮੁੱਲ ਪਤਾ ਕਰਨਾ ਹੈ। ਇੱਥੇ ਦੇਖੋ n ਦੀ ਜੋ ਘਾਤ ਉਹ m ਹੈ, ਯਾਨੀ ਕਿ n ਸਾਡੇ ਕੋਲ 5 ਹੈ, ਉਹਦੇ ਉੱਤੇ ਘਾਤ ਕਿੰਨੀ ਹੈ 2, ਤਾਂ 5 ਦੀ ਘਾਤ 2 ਬੱਚੋ 5 ਗੁਣਾ 5 ਕਿੰਨਾ ਬਣ ਗਿਆ ਸਾਡੇ ਕੋਲੇ 25। ਤਾਂ ਬੱਚੋ ਇਸ ਕਰਕੇ ਜੋ B ਆਪਸ਼ਨ ਹੈ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਬੱਚੋ ਅੱਗੇ ਆਪਾਂ ਦੂਸਰਾ ਪ੍ਰਸ਼ਨ ਇਸ ਸੈੱਟ ਦਾ ਦੇਖਦੇ ਹਾਂ। ਇਹਦੇ ਵਿੱਚ ਸਾਡੇ ਕੋਲ ਹੈ, ਦੋ ਘਾਤੀ ਬਹੁਪਦ x ਦੀ ਘਾਤ 2 - 4 ਦੇ ਸਿਫਰ ਪਤਾ ਕਰੋ। ਤਾਂ ਬੱਚੋ ਅਸੀਂ ਸਿਫਰ ਪਤਾ ਕਰਨੇ ਆ, ਜ਼ੀਰੋ ਚ ਪਤਾ ਇਸਦੇ ਕਰਨੇ ਆ ਅਸੀਂ ਪੋਲੀਨੋਮੀਅਲ ਦੇ। ਤਾਂ ਬੱਚੋ ਸਾਨੂੰ ਪਤਾ ਵੀ ਜਦੋਂ ਵੀ ਅਸੀਂ ਕਿਸੇ ਬਹੁਪਦ ਦੇ ਸਿਫਰ ਪਤਾ ਕਰਨੇ ਹੁੰਦੇ ਆ, ਸਭ ਤੋਂ ਪਹਿਲਾਂ ਅਸੀਂ ਉਸਦੇ ਬਣਾਉਣੇ ਹਨ ਗੁਣਨਖੰਡ ਯਾਨੀ ਕਿ ਫੈਕਟਰ। ਬੱਚੋ ਅਸੀਂ ਕੀ ਕੀਤਾ, ਸਾਡੇ ਕੋਲ 4 ਹੈ, 4 ਨੂੰ ਅਸੀਂ 2 ਦੀ ਘਾਤ 2 ਲਿਖ ਸਕਦੇ ਹਾਂ। ਤਾਂ ਬੱਚੋ ਸਾਡੇ ਕੋਲ ਕੀ ਹੁੰਦਾ ਵੀ ਸਾਡੇ ਕੋਲ a ਦੀ 2 - b 2 ਇੱਕ ਫਾਰਮੂਲਾ ਹੁੰਦਾ ਹੈ। ਤਾਂ ਅਸੀਂ ਇਸ ਨੂੰ ਫਿਰ ਕਿਸ ਤਰ੍ਹਾਂ ਲਿਖਦੇ ਹਾਂ, ਅਸੀਂ ਇਸ ਨੂੰ ਲਿਖਦੇ ਹਾਂ a plus b a minus b। ਤਾਂ ਬੱਚੋ ਫਿਰ ਇਹਦੇ ਅਕੋਰਡਿੰਗ ਕੀ ਬਣ ਗਿਆ ਸਾਡੇ ਕੋਲੇ x ਜਮਾ 2 x minus 2। ਹੁਣ ਕਿਉਂਕਿ ਅਸੀਂ ਸਿਫਰ ਪਤਾ ਕਰਨੇ ਹਨ, ਤਾਂ ਸਿਫਰ ਪਤਾ ਕਰਨ ਲਈ ਅਸੀਂ ਉਹਨਾਂ ਨੂੰ ਬਰਾਬਰ 0 ਕਰ ਦੇਣਾ ਹੈ। ਬੱਚੋ ਇੱਥੋਂ x ਦਾ ਮੁੱਲ ਕਿੰਨਾ ਆ ਜਾਵੇਗਾ ਸਾਡੇ ਕੋਲੇ 2, ਇੱਧਰ ਲੈ ਜਾਵਾਂਗੇ ਤਾਂ ਸਾਡੇ ਕੋਲ ਇੱਥੇ ਸਾਡੇ ਕੋਲ x ਦਾ ਮੁੱਲ ਆ ਜਾਵੇਗਾ, ਉਹ ਆ ਜਾਵੇਗਾ -2। ਇੱਥੋਂ ਸਾਡੇ ਕੋਲ x ਦਾ ਮੁੱਲ ਆ ਜਾਵੇਗਾ +2। ਬੱਚੋ ਫਿਰ ਅਸੀਂ ਕੀ ਲਿਖ ਸਕਦੇ ਹਾਂ, ਇਹਨੂੰ ਸਿੱਧਾ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ +-2 ਜਾਂ ਅਲੱਗ-ਅਲੱਗ, ਜਾਣ ਕੇ ਇਹਦੇ ਸਿਫਰ ਬੱਚੋ ਕੀ ਹਨ +-2। ਬੱਚੇ ਹੁਣ ਅਸੀਂ ਅਗਲਾ ਪ੍ਰਸ਼ਨ ਦੇਖਦੇ ਹਾਂ ਤੀਸਰਾ, ਜੇਕਰ a4 d ਘਟਾਓ 3 ਹੋਵੇ ਤਾਂ AP ਦੇ ਪਹਿਲੇ 3 ਪਦ ਪਤਾ ਕਰੋ। ਬੱਚੋ ਅਸੀਂ AP ਦੀਆਂ ਟਰਮ ਪਤਾ ਕਰਨੀਆਂ ਹਨ, ਤਾਂ ਸਾਨੂੰ ਪਤਾ ਹੈ ਵੀ ਜਦੋਂ ਵੀ ਅਸੀਂ AP ਦਾ ਕੋਈ ਪਦ ਪਤਾ ਕਰਨਾ ਹੁੰਦਾ ਹੈ, ਅਸੀਂ ਉਹਦੇ ਸੂਤਰ ਦੀ ਵਰਤੋਂ ਵੀ ਕਰ ਸਕਦੇ ਹਾਂ, ਲੇਕਿਨ ਸੌਖਾ ਤਰੀਕਾ ਕੀ ਹੈ, ਦੇਖੋ ਪਹਿਲੇ 3, ਤਾਂ ਸਾਨੂੰ ਪਤਾ ਬੱਚੇ ਜੋ A ਹੁੰਦਾ ਹੈ ਪਹਿਲਾ ਪਦ ਹੀ ਹੁੰਦਾ ਹੈ, ਤਾਂ ਪਹਿਲਾ ਪਦ ਤਾਂ ਕਿੰਨਾ ਹੋ ਗਿਆ 4। ਸਾਨੂੰ D ਪਤਾ ਕੀ ਹੈ, D ਇੱਕ ਸਾਂਝਾ ਅੰਤਰ ਹੈ, ਤਾਂ ਅਸੀਂ ਜੇਕਰ ਪਹਿਲੇ ਪਦ ਦੇ ਵਿੱਚ ਦੂਸਰਾ ਪਦ ਜੋੜ ਦੇਈਏ 4 ਘਟਾਓ 3 ਤਾਂ 1 ਆ ਜਾਵੇਗਾ, ਯਾਨੀ ਕਿ ਦੂਸਰਾ ਪਦ ਬੱਚੋ ਕਿੰਨਾ ਆ ਗਿਆ 1। ਹੁਣ ਅਸੀਂ ਤੀਸਰਾ ਪਦ ਪਤਾ ਕਰਨਾ ਹੈ, ਤਾਂ ਅਸੀਂ ਕੀ ਕਰਦੇ ਹਾਂ ਦੂਸਰੇ ਪਦ ਦੇ ਵਿੱਚ ਸਾਂਝਾ ਅੰਤਰ ਜੋੜ ਦਿੰਦੇ ਹਾਂ। ਵੀ ਜੇਕਰ ਇਸ ਤਰ੍ਹਾਂ ਅਸੀਂ ਪਹਿਲਾਂ ਵਾਲੀ ਸੰਖਿਆ ਦੇ ਵਿੱਚ ਸਾਂਝਾ ਅੰਤਰ ਕਾਮਨ ਡਿਫਰੈਂਸ ਐਡ ਕਰਦੇ ਜਾਈਏ ਤਾਂ ਸਾਡੇ ਕੋਲ ਉਹ ਅੱਗੇ ਸੰਖਿਆ ਆਉਂਦੀ ਜਾਵੇਗੀ। ਬੱਚੋ 1 ਘਟਾਓ -3 ਕਿੰਨਾ ਆ ਗਿਆ -2, ਤਾਂ ਇਸ ਕਰਕੇ ਇਸ ਸੰਖਿਆ ਦਾ ਉੱਤਰ ਕਿੰਨਾ ਆ ਗਿਆ -2। ਤਾਂ ਬੱਚੋ ਸਾਡੇ ਕੋਲ ਜੋ ਪਹਿਲੇ 3 ਪਦ ਆ ਜਾਣ ਕੇ ਪਹਿਲੀਆਂ 3 ਟਰਮਸ ਹਨ ਉਹ ਕਿੰਨੀਆਂ ਹਨ 4 1 -2। ਬੱਚੋ ਆਪਾਂ ਅਗਲਾ ਪ੍ਰਸ਼ਨ ਦੇਖਦੇ ਹਾਂ, tan A ਦੀ ਕੀਮਤ ਹਮੇਸ਼ਾ 1 ਤੋਂ ਛੋਟੀ ਹੁੰਦੀ ਹੈ, ਸਹੀ ਜਾਂ ਗਲਤ। ਤਾਂ ਬੱਚੋ ਸਾਨੂੰ ਪਤਾ ਹੈ ਵੀ ਜੋ tan 90 ਡਿਗਰੀ ਹੁੰਦਾ ਹੈ ਉਹ ਸਾਨੂੰ ਪਰਿਭਾਸ਼ਿਤ ਨਹੀਂ ਕਰ ਸਕਦਾ, ਜਿਹਨੂੰ ਅਸੀਂ ਇਨਫਿਨਿਟੀ ਵੀ ਕਹਿ ਸਕਦੇ ਹਾਂ। ਸਾਡੇ ਕੋਲ ਜੋ tan 45 ਡਿਗਰੀ ਹੁੰਦਾ ਹੈ ਉਹਦਾ ਮੁੱਲ 1 ਹੁੰਦਾ ਹੈ। ਅੱਗੇ ਸਾਡੇ ਕੋਲ ਜੋ tan 60 ਡਿਗਰੀ ਹੁੰਦਾ ਹੈ ਉਹਦਾ ਮੁੱਲ ਸਾਡੇ ਕੋਲ ਬੱਚਿਓ ਵਰਗਮੂਲ ਲਿਖਦੇ ਹਾਂ ਬੱਚਿਆਂ ਨੂੰ ਵੀ ਸਾਡੇ ਕੋਲ ਜੋ tan 60 ਡਿਗਰੀ ਹੁੰਦਾ ਹੈ ਉਹ ਸਾਡੇ ਕੋਲ tan 60 ਡਿਗਰੀ ਬੱਚੋ tan 60 ਸਾਡੇ ਕੋਲ ਵਰਗਮੂਲ 3 ਹੁੰਦਾ ਹੈ, ਤਾਂ ਇਸ ਦਾ ਮੁੱਲ 1.73 ਅੱਗੇ 2 ਹੁੰਦਾ ਹੈ। ਇਹਦਾ ਮਤਲਬ ਬੱਚਿਓ 45 ਤੋਂ ਬਾਅਦ ਇਹਦਾ ਮੁੱਲ ਕੀ ਹੈ ਵਧਣ ਲੱਗ ਜਾਂਦਾ ਹੈ, ਤੇ ਅਪ ਟੂ ਦਾ ਇਨਫਿਨਿਟੀ ਜੋ ਬਹੁਤ ਵੱਡੀ ਵੈਲਿਊ ਹੁੰਦੀ ਹੈ ਜੋ ਅਸੀਂ ਪਰਿਭਾਸ਼ਿਤ ਨਹੀਂ ਕਰ ਸਕਦੇ। ਤਾਂ ਇਸ ਕਰਕੇ tan ਦਾ ਮੁੱਲ ਹਮੇਸ਼ਾ 1 ਤੋਂ ਛੋਟਾ
नहीं ਹੁੰਦਾ, ਇਸ ਕਰਕੇ ਇਹ ਸਟੇਟਮੈਂਟ ਬੱਚਿਓ ਕੀ ਹੈ, ਗਲਤ ਹੈ। ਅਗਲਾ ਬੱਚੇ ਸਾਡੇ ਕੋਲੇ ਪੰਜਵਾਂ ਪ੍ਰਸ਼ਨ ਹੈ, ਬਿੰਦੂਆਂ 0,6 ਅਤੇ 0-2 ਦੇ ਵਿਚਕਾਰ ਦੂਰੀ ਪਤਾ ਕਰੋ। ਬੱਚਿਓ ਅਸੀਂ ਫਿਰ ਕਿਹੜੇ ਸੂਤਰ ਦੀ ਵਰਤੋਂ ਕਰਾਂਗੇ ਇੱਥੇ, ਦੂਰੀ ਸੂਤਰ, ਡਿਸਟੈਂਸ ਫਾਰਮੂਲਾ। ਬੱਚਿਓ ਉਹ ਅਸੀਂ ਕੀ ਕਰਦੇ ਹਾਂ ਵੀ ਇਸ ਤਰ੍ਹਾਂ ਸਾਡੇ ਕੋਲ ਫਾਰਮੂਲਾ ਕੀ ਹੁੰਦਾ ਗਾ, x2 - x1 ਦਾ ਸਕੁਅਰ ਪਲੱਸ y2 - y1 ਦਾ ਸਕੁਅਰ। ਬੱਚਿਓ ਦੇਖੋ 0 - 0 ਦਾ ਸਕੁਅਰ, ਅੱਗੇ ਹੈ ਘਟਾਓ -2 - 6 ਦਾ ਵਰਗ। ਬੱਚਿਓ ਇਹ ਸਾਡੇ ਕੋਲ ਆ ਗਿਆ ਸਿਫਰ, -2 ਤੇ -6 -60 -60 ਦਾ ਸਕੁਅਰ ਬੱਚਿਓ ਕਿੰਨਾ ਹੋ ਗਿਆ, 64। ਬੱਚਿਓ ਸਾਡੇ ਕੋਲ ਬਣ ਗਿਆ 64, 64 ਦਾ ਸਕੁਅਰ ਰੂਟ ਵਰਗਮੂਲ 8। यानी कि बच्चे को उत्तर की इसका बी ऑप्शन सही आंसर है। ਅੱਗੇ ਬੱਚਿਆਂ ਦਾ ਕੋਈ 6ਵਾਂ ਸਵਾਲ ਹੈ, ਜੇਕਰ ਦੋ ਚੱਕਰਾਂ ਦੇ ਘੇਰੇ ਬਰਾਬਰ ਹੋਣ ਕੀ ਉਹਨਾਂ ਦੇ ਖੇਤਰਫਲ ਵੀ ਬਰਾਬਰ ਹੋਣਗੇ। ਬੱਚਿਓ ਕਾਫੀ ਵਧੀਆ ਸਵਾਲ ਹੈ। ਸਾਡੇ ਕੋਲ ਦੋ ਚੱਕਰਾਂ ਦੇਖੋ, ਉਹ ਕਹਿੰਦਾ ਵੀ ਦੋ ਚੱਕਰਾਂ ਦੇ ਜਿਹੜੇ ਘੇਰੇ ਆ ਉਹ ਬਰਾਬਰ ਹੈ। ਹੁਣ ਬੱਚਿਓ ਜੇਕਰ ਦੋ ਚੱਕਰਾਂ ਦੇ ਘੇਰੇ ਸਾਡੇ ਕੋਲ ਬਰਾਬਰ ਹੋਣਗੇ, ਠੀਕ ਹੈ, ਤਾਂ ਉਹਨਾਂ ਦੇ ਜਿਹੜੇ ਅਰਧ ਵਿਆਸ ਆ ਉਹ ਵੀ ਬਰਾਬਰ ਹੋ ਜਾਣਗੇ, ਕਿਉਂਕਿ ਜਦੋਂ ਘੇਰੇ ਬਰਾਬਰ ਹੈ ਤਾਂ ਸਾਨੂੰ ਪਤਾ ਵੀ ਜੋ ਘੇਰਾ ਪੈਰੀਮੀਟਰ ਸੂਤਰ 2πr ਹੁੰਦਾ ਹੈ। ਠੀਕ ਹੈ ਬੱਚਿਓ, ਮੰਨ ਲਓ ਇਹਦਾ ਕਿੰਨਾ ਹੈ, ਉਨੇ ਇਸ ਦਾ ਹੈ। ਹੁਣ ਦੇਖੋ ਜਦੋਂ ਦੋਨਾਂ ਦੇ ਘੇਰੇ ਯਾਨੀ ਕਿ ਉਹਨਾਂ ਦੇ ਪੈਰੀਮੀਟਰ ਬਰਾਬਰ ਹੋ ਗਏ ਤਾਂ ਫਿਰ ਅਰਧ ਵਿਆਸ ਵੀ ਬਰਾਬਰ ਹੋਣਗੇ। ਜਦੋਂ ਅਰਧ ਵਿਆਸ ਬਰਾਬਰ ਹੈ ਤਾਂ ਇਸ ਦਾ ਖੇਤਰਫਲ ਵੀ πr ਦੇ 2 ਆਵੇਗਾ, ਇਸ ਦਾ ਖੇਤਰਫਲ ਵੀ πr ਦੇ 2 ਆਵੇਗਾ, ਤਾਂ ਇਸ ਕਰਕੇ ਉਹਨਾਂ ਦੇ ਖੇਤਰਫਲ ਵੀ ਬਰਾਬਰ ਹੋਣਗੇ। ਤਾਂ ਇਹ ਬੱਚੋ ਕੀ ਹੈ, ਆਪਾਂ ਲਿਖਾਂਗੇ ਸਹੀ ਹੈ, ਯਾਨੀ ਕਿ ਉਹਨਾਂ ਦੇ ਖੇਤਰਫਲ ਬਰਾਬਰ ਹੋਣਗੇ। ਇਸ ਪ੍ਰਸ਼ਨ ਦਾ ਉੱਤਰ ਇਹ ਹੈ, ਉਹਨਾਂ ਦੇ ਖੇਤਰਫਲ ਬਰਾਬਰ ਹੋਣਗੇ। 7ਵਾਂ ਪ੍ਰਸ਼ਨ ਹੈ, ਇੱਕ ਕੀਪ ਬਣੀ ਹੁੰਦੀ ਹੈ। ਤਾਂ ਬੱਚੇ ਤੁਸੀਂ ਕੀਪ ਦੇਖਿਆ ਹੋਵੇਗਾ, ਜਿਸ ਤਰ੍ਹਾਂ ਅਸੀਂ ਤੇਲ ਪਾਉਂਦੇ ਹਾਂ ਤਾਂ ਇਹ ਸਾਡੇ ਕੋਲ ਇੱਕ ਕੀਪ ਹੁੰਦੀ ਹੈ। ਬੱਚੇ ਸਾਡੇ ਕੋਲ ਜਿਹੜੀ ਸੈਂਸ ਲੈਬੋਰਟਰੀ ਆ ਉਹਦੇ ਵਿੱਚ ਵੀ ਬਣੀ ਹੁੰਦੀ ਹੈ, ਜਾਂ ਘਰੇ ਅਸੀਂ ਆਮ ਤੌਰ ਤੇ ਤੇਲ ਵਗੈਰਾ ਪਾਉਣ ਲਈ ਵਰਤਿਆ ਹੁੰਦੀ ਹੈ। ਤਾਂ ਦੇਖੋ ਬੱਚੋ ਇੱਥੇ ਵੀ ਸੁਰਾਖ ਹੁੰਦਾ ਹੈ। ਨੀਚੇ ਵਾਲਾ ਭਾਗ ਕੀ ਹੈ, ਸਿਲੰਡਰ। ਉੱਪਰ ਵਾਲਾ ਭਾਗ ਬੱਚੋ ਕੀ ਹੈ, ਸ਼ੰਕੂ। ਤਾਂ ਫਿਰ ਕੀਪ ਕਿਹੜੇ ਦੋ ਭਾਗਾਂ ਤੋਂ ਮਿਲ ਕੇ ਬਣੀ ਹੈ, ਸ਼ੰਕੂ ਅਤੇ, ਹੁਣ ਦੇਖੋ ਬੱਚੋ ਪੂਰਾ ਸ਼ੰਕੂ ਨਹੀਂ, ਸ਼ੰਕੂ ਦੀ ਸ਼ਿਣਕ, ਸੌਰੀ ਸ਼ੰਕੂ ਦੀ ਸ਼ਿਣਕ ਕਹਾਂਗੇ ਆਪਾਂ, ਸ਼ੰਕੂ ਦੀ ਸ਼ਿਣਕ, ਕਿਉਂਕਿ ਬੱਚੋ ਜਿਹੜਾ ਸ਼ੰਕੂ ਆ ਤਾਂ ਪੂਰਾ ਇਸ ਤਰ੍ਹਾਂ ਹੁੰਦਾ ਹੈ, ਲੇਕਿਨ ਅਸੀਂ ਇਸ ਨੂੰ ਇੱਥੋਂ ਕੱਟਿਆ ਹੈ। ਠੀਕ ਹੈ ਬੱਚਿਓ, ਇਹ ਕੀ ਬਣ ਗਿਆ, ਸ਼ੰਕੂ ਦਾ ਸ਼ਿਣਕ, ਕਿਉਂਕਿ ਪੂਰਾ ਨਹੀਂ ਆ ਰਿਹਾ। ਤਾਂ ਕੀ ਬਣੀ ਹੁੰਦੀ ਹੈ, ਸ਼ੰਕੂ ਦੇ ਸ਼ਿਣਕ ਅਤੇ ਸਿਲੰਡਰ ਤੋਂ। ਜੋ 8ਵਾਂ ਪ੍ਰਸ਼ਨ ਦੇਖਦੇ ਹਾਂ, ਜੋ ਘਟਨਾ ਵਾਪਰ ਨਹੀਂ ਸਕਦੀ ਉਸ ਦੀ ਸੰਭਾਵਨਾ ਕੀ ਹੈ। ਬੱਚੋ ਪਹਿਲਾਂ ਵੀ ਆਪਾਂ ਇਸ ਨਾਲ ਦਾ ਸਵਾਲ ਕੀਤਾ ਹੈ ਵੀ ਜਿਹੜੀ ਘਟਨਾ ਵਾਪਰ ਨਹੀਂ ਸਕਦੀ ਉਹਦੀ ਸੰਭਾਵਨਾ ਕੀ ਹੁੰਦੀ ਹੈ, ਸਿਫਰ। ਤਾਂ ਇਸ ਤਰ੍ਹਾਂ ਬੱਚੇ ਆਪਾਂ ਪ੍ਰਸ਼ਨ ਕੁਝ ਹੱਲ ਕੀਤੇ ਹਨ। ਤਾਂ ਬੱਚੋ ਇਸ ਟੈਸਟ ਦੇ ਵਿੱਚ ਕੁਝ ਹੋਰ ਸਵਾਲ ਹਨ, ਅੱਗੇ ਤੁਹਾਨੂੰ ਇਸ ਤਰ੍ਹਾਂ ਸਵਾਲ ਦਿਖਾਈ ਦੇਣਗੇ। ਇਸ ਦੇ ਕੁੱਲ 15 ਸੈੱਟ ਹਨ। 15 ਸੈੱਟ ਵਿੱਚ ਕਾਫੀ ਅੱਗੇ ਸਵਾਲ ਪਾਏ ਗਏ, ਅੱਗੇ ਸਵਾਲ ਥੋੜ੍ਹੇ ਜਿਹੇ ਔਖੇ ਵੀ ਹਨ, ਤਾਂ ਤੁਸੀਂ ਉਹਨਾਂ ਨੂੰ ਕਰਕੇ ਜ਼ਰੂਰ ਦੇਖਣਾ। ਤਾਂ ਬੱਚੋ ਇਹ 15 ਸੈੱਟ ਦੇ ਸਵਾਲ ਜਿਹੜੇ ਤੁਹਾਨੂੰ ਅੱਜ ਦਿੱਤੇ ਜਾਣਗੇ, ਇਹਨਾਂ 15 ਸੈੱਟ ਦੇ ਸਵਾਲ ਨੂੰ ਤੁਸੀਂ ਹੱਲ ਕਰਕੇ ਦੇਖਣਾ ਗਾ। ਇਹ ਪ੍ਰਸ਼ਨ ਤੁਹਾਨੂੰ ਪੰਜਾਬੀ ਮੀਡੀਅਮ ਦੇ ਨਾਲ ਨਾਲ ਇੰਗਲਿਸ਼ ਮੀਡੀਅਮ ਵਿੱਚ ਵੀ, ਜੋ ਆਪਣਾ ਗੂਗਲ ਕਲਾਸਰੂਮ ਚੱਲਦਾ ਹੈ, ਜੇਕਰ ਬੱਚਿਆਂ ਨੇ, ਕੁਝ ਬੱਚਿਆਂ ਨੇ ਗੂਗਲ ਕਲਾਸਰੂਮ ਹਜੇ ਤੱਕ ਜੁਆਇਨ ਨਹੀਂ ਕੀਤਾ ਤਾਂ ਤੁਸੀਂ ਗੂਗਲ ਕਲਾਸਰੂਮ ਤੇ ਕੋਡ ਭਰ ਕੇ, ਠੀਕ ਹੈ, ਉਹ ਕਲਾਸ ਜੁਆਇਨ ਕਰ ਸਕਦੇ ਹੋ, ਤਾਂ ਉਸਦਾ ਤੁਸੀਂ ਫਾਇਦਾ ਵੱਧ ਤੋਂ ਵੱਧ ਲੈ ਸਕਦੇ ਹੋ। ਬੱਚਿਓ ਅੱਜ ਲਈ ਇੰਨਾ, ਤੁਹਾਡਾ ਧੰਨਵਾਦ, ਕੱਲ ਫਿਰ ਮਿਲਦੇ ਹਾਂ।